ਰਣਵੀਰ ਇੱਕ ਗਰੀਬ ਲੜਕਾ ਸੀ। ਉਸ ਦਾ ਵਿਆਹ ਸੋਫੀ ਨਾਲ ਹੋਇਆ ਸੀ, ਜੋ ਉਸ ਦੇ ਨਾਲ ਪੜ੍ਹਦੀ ਸੀ। ਸੋਫੀ ਦੀ ਮਾਂ, ਜੋ ਕਿ ਇੱਕ ਵਿਧਵਾ ਸੀ, ਕਦੇ ਨਹੀਂ ਚਾਹੁੰਦੀ ਸੀ ਕਿ ਉਸ ਦੀ ਧੀ ਕਿਸੇ ਗਰੀਬ ਨਾਲ ਵਿਆਹ ਕਰੇ, ਪਰ ਆਪਣੀ ਧੀ ਦੀ ਜਿੱਦ ਦੇ ਅੱਗੇ ਉਸ ਨੂੰ ਝੁਕਣਾ ਪਿਆ। ਜਦੋਂ ਰਿਸ਼ਤੇ ਦੀ ਗੱਲ ਆਈ ਤਾਂ ਉਸਨੇ ਰਣਵੀਰ ਦੇ ਮਾਤਾ-ਪਿਤਾ ਨੂੰ ਕਿਹਾ ਕਿ ਮੈਂ ਆਪਣੀ ਧੀ ਨੂੰ ਓਨਾ ਹੀ ਪਿਆਰ ਕਰਦੀ ਹਾਂ ਜਿੰਨਾ ਮੇਰੀ ਧੀ ਤੁਹਾਡੇ ਪੁੱਤਰ ਨੂੰ ਕਰਦੀ ਹੈ। ਮੈਂ ਆਪਣੇ ਧੀ ਦੀ ਜਿੱਦ ਦੇ ਸਾਹਮਣੇ ਹਾਰ ਮੰਨਦੀ ਹਾਂ, ਪਰ ਮੇਰੀ ਇੱਕ ਸ਼ਰਤ ਹੈ ਕਿ ਵਿਆਹ ਤੋਂ ਬਾਅਦ ਮੇਰੀ ਧੀ ਤੁਹਾਡੇ ਘਰ ਨਹੀਂ ਜਾਵੇਗੀ। ਤੁਹਾਡਾ ਬੇਟਾ ਸਾਡੇ ਕੋਲ ਘਰ ਜਵਾਈ ਬਣ ਕੇ ਰਹੇਗਾ। ਰਣਵੀਰ ਨੇ ਵੀ ਆਪਣੇ ਪਿਆਰ ਦੀ ਖਾਤਰ ਇਸ ਜਿੱਦ ਨੂੰ ਸਵੀਕਾਰ ਕਰ ਲਿਆ। ਉਹ ਕੰਮ ਤੇ ਜਾਂਦਾ ਸੀ ਅਤੇ ਵਾਪਸ ਆ ਕੇ ਸੋਫੀ ਨਾਲ ਖੂਬ ਮਸਤੀ ਕਰਦਾ ਸੀ। ਸਮਾਂ ਲੰਘ ਰਿਹਾ ਸੀ, ਪਰ ਸੋਫੀ ਦੀ ਮਾਂ ਦੀਆਂ ਹਰਕਤਾਂ ਹਰ ਰੋਜ਼ ਬਦਲ ਰਹੀਆਂ ਸਨ। ਉਹ ਬਹਾਨੇ ਬਣਾ ਕੇ ਉਹਨਾਂ ਦੇ ਕਮਰੇ 'ਚ ਝਾਕਦੀ ਰਹਿੰਦੀ ਸੀ ਅਤੇ ਰਣਵੀਰ ਨੂੰ ਕਿਸੇ ਨਾ ਕਿਸੇ ਬਹਾਨੇ ਛੇੜਦੀ ਰਹਿੰਦੀ ਸੀ। ਰਣਵੀਰ ਨੂੰ ਇਹ ਸਭ ਬਹੁਤ ਅਜੀਬ ਲੱਗਦਾ ਸੀ। ਜਦੋਂ ਉਸਨੇ ਇਸ ਬਾਰੇ ਗੱਲ ਕੀਤੀ ਤਾਂ ਸੋਫੀ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਮਾਂ ਇੰਨੀ ਮਾੜੀ ਨਹੀਂ ਹੈ, ਜ਼ਰੂਰ ਤੁਹਾਨੂੰ ਕੋਈ ਭਰਮ ਹੋਇਆ ਹੋਵੇਗਾ। ਪਰ ਸਰੀਰ ਦੀਆਂ ਲੋੜਾਂ ਆਪਣੀ ਥਾਂ ਤੇ ਹਨ। ਉਹ ਵੀ ਭਰੀ ਜਵਾਨੀ ਵਿੱਚ ਵਿਧਵਾ ਹੋ ਗਈ ਸੀ ਤੇ ਧੀ ਦੇ ਪਿਆਰ ਲਈ ਉਸਨੇ ਦੂਜਾ ਵਿਆਹ ਨਹੀਂ ਕੀਤਾ। ਕਿਸੇ ਤਰ੍ਹਾਂ ਮਨ ਨੂੰ ਸਮਝਾ ਲਿਆ, ਪਰ ਉਹ ਸਰੀਰ ਦਾ ਕੀ ਕਰਦੀ। ਹੁਣ ਜਦੋਂ ਉਸ ਦੀ ਧੀ ਅਤੇ ਜਵਾਈ ਸ਼ਾਮ ਨੂੰ ਪਾਰਕ ਵਿੱਚ ਹੱਥ ਪਾ ਕੇ ਤੁਰਦੇ, ਜਾਂ ਬੈੱਡਰੂਮ ਤੋਂ ਚਿਟਕਣੀ ਦੀ ਆਵਾਜ਼ ਆਉਂਦੀ, ਜਾਂ ਕੁਝ ਨਿੱਘੇ ਸਾਹਾਂ ਦੀ ਆਵਾਜ਼ ਆਉਂਦੀ, ਤਾਂ ਉਸ ਨੂੰ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਬਿਤਾਇਆ ਸਮਾਂ ਵੀ ਯਾਦ ਆਉਂਦਾ। ਉਸ ਨੂੰ ਅੱਜ ਵੀ ਯਾਦ ਹੈ ਜਦੋਂ ਉਸ ਦੀ ਪਹਿਲੀ ਰਾਤ ਸੀ। ਜਿਵੇਂ ਹੀ ਉਸ ਦੇ ਪਤੀ ਨੇ ਉਸ ਦਾ ਘੁੰਡ ਚੁੱਕਿਆ ਤਾਂ ਸ਼ਰਮ ਨਾਲ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਅਤੇ ਉਸ ਦੀਆਂ ਗੱਲਾਂ ਲਾਲ ਹੋ ਗਈਆਂ ਸਨ। ਉਹ ਬਹੁਤ ਘਬਰਾ ਗਈ ਸੀ। ਉਸ ਨੂੰ ਪਹਿਲਾਂ ਕਦੇ ਕਿਸੇ ਮਰਦ ਨੇ ਇਸ ਤਰ੍ਹਾਂ ਨਹੀਂ ਛੂਹਿਆ ਸੀ। ਫਿਰ ਉਸ ਦੇ ਪਤੀ ਨੇ ਉਸ ਦੇ ਸਰੀਰ ਦੀਆਂ ਉਚਾਣਾਂ ਨਿਵਾਣਾਂ ਨਾਪਿਆ। ਇਹ ਸਭ ਕੁਝ ਕਈ ਘੰਟੇ ਚੱਲਦਾ ਰਿਹਾ। ਜਿਵੇਂ ਕਿ ਹੁਣ ਉਸ ਦੀ ਧੀ ਅਤੇ ਜਵਾਈ ਬੈੱਡਰੂਮ ਵਿੱਚ ਚਟਕਣੀ ਲਗਾ ਕੇ ਆਪਣੀ ਜਵਾਨੀ ਦਾ ਆਨੰਦ ਮਾਣਦੇ ਹਨ। ਰਣਵੀਰ ਨੇ ਸੋਫੀ ਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਕੋਈ ਦਰਵਾਜ਼ੇ ਦੇ ਨੇੜੇ ਹੈ, ਪਰ ਉਸਨੇ ਕਿਹਾ ਕਿ ਇਹ ਤੁਹਾਡਾ ਭੁਲੇਖਾ ਹੈ, ਤੁਸੀਂ ਬਾਹਰ ਦੀ ਗੱਲ ਛੱਡ ਦਿਓ। ਜਿਵੇਂ ਹੀ ਸੋਫੀ ਦੀ ਮਾਂ ਨੂੰ ਪਤਾ ਲੱਗਿਆ ਕਿ ਅੰਦਰ ਮੇਰੇ ਬਾਰੇ ਗੱਲ ਹੋ ਰਹੀ ਹੈ ਤਾਂ ਉਹ ਉੱਥੋਂ ਭੱਜ ਗਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਰਣਵੀਰ ਨੇ ਉਸ ਦੀ ਝਾਂਜਰ ਛਣਕਦੀ ਸੁਣੀ ਸੀ, ਪਰ ਉਸਨੇ ਕਿਹਾ ਕੁਝ ਵੀ ਨਹੀਂ ਸੀ। ਅਚਾਨਕ ਕਿਸੇ ਕੰਮ ਕਾਰਨ ਸੋਫੀ ਆਪਣੀ ਮਾਸੀ ਦੇ ਘਰ ਗਈ ਹੋਈ ਸੀ। ਜਦੋਂ ਸ਼ਾਮ ਨੂੰ ਰਣਵੀਰ ਆਪਣੇ ਘਰ ਵਾਪਸ ਆਇਆ ਤਾਂ ਉਸ ਦੀ ਸੱਸ ਕਮਰੇ ਵਿੱਚ ਆਈ। ਕਮਰੇ ਵਿੱਚ ਆ ਕੇ ਆਪਣੇ ਜਵਾਈ ਦੇ ਸਾਹਮਣੇ ਕੱਪੜੇ ਉਤਾਰ ਕੇ ਕਿਹਾ ਕਿ ਜਵਾਈ ਜੀ, ਮੇਰੇ ਵਿੱਚ ਅਤੇ ਮੇਰੀ ਧੀ ਵਿੱਚ ਕੋਈ ਫਰਕ ਨਹੀਂ ਹੈ। ਮੈਂ ਵੀ ਤੁਹਾਨੂੰ ਓਨਾ ਹੀ ਪਿਆਰ ਕਰਦੀ ਹਾਂ ਜਿੰਨਾ ਉਹ ਤੁਹਾਨੂੰ ਕਰਦੀ ਹੈ। ਮੈਂ ਵੀ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਸੇਵਾ ਕਰਾਂ ਜਿਸ ਤਰੀਕੇ ਨਾਲ ਉਹ ਕਰਦੀ ਹੈ। ਤੁਸੀਂ ਥੱਕ ਗਏ ਹੋਵੋਗੇ, ਆਓ ਮੈਂ ਤੁਹਾਡੀ ਮਾਲਿਸ਼ ਕਰ ਦਿਆਂ। ਰਣਵੀਰ ਨੇ ਕਿਹਾ, ਮੰਮੀ ਜੀ, ਤੁਸੀਂ ਇਹ ਕੀ ਕਰ ਰਹੇ ਹੋ? ਇਹ ਠੀਕ ਨਹੀਂ ਹੈ। ਤੁਸੀਂ ਆਪਣੇ ਕਮਰੇ ਵਿੱਚ ਚਲੇ ਜਾਓ। ਮੈਂ ਠੀਕ ਹਾਂ, ਥਕਾਵਟ ਵਰਗੀ ਕੋਈ ਗੱਲ ਨਹੀਂ ਹੈ। ਉਸ ਦੀ ਸੱਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਵਾਰ ਖਾਲੀ ਚਲਾ ਗਿਆ। ਬਿਨਾਂ ਕੁਝ ਕਹੇ ਉਹ ਸੋਫੀ ਦੇ ਡਰ ਨੂੰ ਦਿਲ ਵਿੱਚ ਰੱਖਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ, ਪਰ ਸੱਟ ਖਾਧੀ ਨਾਗਣ ਵਾਂਗ ਆਪਣੇ ਕਮਰੇ ਵਿੱਚ ਜਾ ਕੇ ਹੋਰ ਵੀ ਤੜਫਣ ਲੱਗੀ ਅਤੇ 2 ਘੰਟੇ ਬਾਅਦ ਉਹ ਫਿਰ ਰਣਵੀਰ ਦੇ ਕਮਰੇ ਵਿੱਚ ਆ ਗਈ। ਆ ਕੇ ਉਸ ਨੂੰ ਕਿਹਾ, ਦੇਖ ਰਣਵੀਰ, ਤੂੰ ਵੀ ਘਰ ਵਿੱਚ ਇਕੱਲਾ ਹੈ ਤੇ ਮੈਂ ਵੀ ਇਕੱਲੀ ਹਾਂ। ਮੈਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਕਿ ਤੂੰ ਮੇਰਾ ਜਵਾਈ ਹੈ ਤੇ ਮਾਡਰਨ ਦੁਨੀਆ ਹੈ। ਤੈਨੂੰ ਵੀ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਮੈਂ ਆਪਣੀ ਧੀ ਪਾਲ ਕੇ ਤੁਹਾਡੇ ਹਵਾਲੇ ਕਰ ਦਿੱਤੀ ਹੈ। ਤੁਸੀਂ ਉਸ ਦੀ ਜਵਾਨੀ ਦਾ ਆਨੰਦ ਮਾਣ ਰਹੇ ਹੋ। ਮੇਰੇ ਬਾਰੇ ਸੋਚੋ, ਮੇਰੀਆਂ ਰਾਤਾਂ ਕਿਵੇਂ ਬੀਤਦੀਆਂ ਹੋਣਗੀਆਂ। ਮੈਂ ਕਈ ਸਾਲਾਂ ਤੋਂ ਪਿਆਸੀ ਹਾਂ। ਕਿਰਪਾ ਕਰਕੇ ਮੈਨੂੰ ਨਿਰਾਸ਼ ਨਾ ਕਰੋ। ਵੈਸੇ ਮੈਂ ਵੀ ਤੁਹਾਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਾਂਗੀ ਅਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੈਂ ਉਹ ਵੀ ਪੂਰੀ ਕਰਨ ਲਈ ਤਿਆਰ ਹਾਂ। ਇਹ ਸਾਰਾ ਕਾਰੋਬਾਰ, ਸਾਰੀ ਜਾਇਦਾਦ, ਇਹ ਸਭ ਸਿਰਫ ਤੁਹਾਡੇ ਲਈ ਹੈ। ਉਸਨੇ ਆਪਣੇ ਜਵਾਈ ਦੇ ਸਾਹਮਣੇ ਆਪਣੀ ਨਾਈਟੀ ਉਤਾਰਨੀ ਸ਼ੁਰੂ ਕਰ ਦਿੱਤੀ। ਕਿਰਪਾ ਕਰਕੇ ਰਣਵੀਰ, ਮੈਨੂੰ ਇਸ ਤਰ੍ਹਾਂ ਛੱਡ ਕੇ ਕਿਤੇ ਵੀ ਨਾ ਜਾਣਾ। ਮੈਂ ਬਹੁਤ ਦੁਖੀ ਹਾਂ। ਮੈਂ ਆਪਣੀ ਸਾਰੀ ਜਵਾਨੀ ਆਪਣੀ ਧੀ ਨੂੰ ਪਾਲਣ ਵਿੱਚ ਲਗਾ ਦਿੱਤੀ। ਹੁਣ ਮੇਰੇ ਕੋਲ ਹੋਰ ਕੋਈ ਰਾਸਤਾ ਨਹੀਂ ਹੈ। ਸਾਡੀ ਬਹੁਤ ਇੱਜ਼ਤ ਹੈ। ਮੈਂ ਕਿਸੇ ਹੋਰ ਨਾਲ ਰਿਸ਼ਤਾ ਨਹੀਂ ਬਣਾ ਸਕਦੀ, ਪਰ ਤੁਸੀਂ ਮੇਰੇ ਆਪਣੇ ਹੋ।
ਤੁਸੀਂ ਮੇਰੀ ਪਿਆਸ ਨੂੰ ਸਮਝਦੇ ਹੋ। ਇਹ ਕਹਿੰਦੇ ਹੋਏ ਉਸਨੇ ਆਪਣੀ ਨਾਈਟੀ ਉਤਾਰ ਦਿੱਤੀ। ਉਹ ਛੋਟੇ ਕੱਪੜਿਆਂ ਵਿੱਚ ਆਪਣੇ ਜਵਾਈ ਦੇ ਉੱਪਰ ਬੈੱਡ ਤੇ ਡਿੱਗਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਰਣਵੀਰ ਨੇ ਉਸ ਨੂੰ ਕਿਹਾ ਕਿ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ, ਇਹ ਸਭ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਮੈਂ ਸੋਫੀ ਨੂੰ ਸੱਚਮੁੱਚ ਬਹੁਤ ਪਿਆਰ ਕਰਦਾ ਹਾਂ। ਜੇਕਰ ਮੈਂ ਅਜਿਹਾ ਕਰਨਾ ਹੁੰਦਾ ਤਾਂ ਦੁਨੀਆ ਵਿੱਚ ਬਹੁਤ ਸਾਰੀਆਂ ਥਾਵਾਂ ਹਨ। ਸੋਫੀ ਨੂੰ ਮੇਰੇ ਤੇ ਯਕੀਨ ਹੈ। ਤੁਸੀਂ ਮੈਨੂੰ ਮਾਫ਼ ਕਰ ਦਿਓ। ਮੈਂ ਇੱਥੇ ਰਹਿ ਕੇ ਉਹ ਸਭ ਨਹੀਂ ਕਰ ਸਕਦਾ। ਤੁਸੀਂ ਉਮੀਦ ਕਰਦੇ ਹੋ। ਅਗਲੇ ਦਿਨ ਜਦੋਂ ਸੋਫੀ ਘਰ ਵਾਪਸ ਆਈ ਤਾਂ ਉਸ ਦੀ ਮਾਂ ਨੂੰ ਚਿੰਤਾ ਸੀ ਕਿ ਮੇਰਾ ਜਵਾਈ ਮੇਰੀ ਧੀ ਨੂੰ ਕੀ ਕਹੇਗਾ ਅਤੇ ਮੇਰੀ ਧੀ ਮੇਰੇ ਬਾਰੇ ਕੀ ਸੋਚੇਗੀ। ਉਸਨੇ ਪਹਿਲਾਂ ਹੀ ਝੂਠ ਸੋਚਿਆ ਸੀ ਅਤੇ ਕਿਹਾ ਕਿ ਬੇਟੀ ਰਣਵੀਰ ਨੇ ਕੱਲ੍ਹ ਮੇਰੇ ਨਾਲ ਬਹੁਤ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਬੜੀ ਮੁਸ਼ਕਲ ਨਾਲ ਆਪਣੀ ਇੱਜ਼ਤ ਬਚਾਈ ਹੈ। ਇਸ ਤੋਂ ਪਹਿਲਾਂ ਕਿ ਸੋਫੀ ਦੀ ਮਾਂ ਕੁਝ ਹੋਰ ਕਹਿੰਦੀ, ਰਣਵੀਰ ਨੇ ਉਸ ਨੂੰ ਇੱਕ ਵੀਡੀਓ ਰਿਕਾਰਡਿੰਗ ਦਿਖਾਈ, ਜਿਸ ਦੀ ਰਿਕਾਰਡਿੰਗ ਉਸਨੇ ਆਪਣੇ ਮੋਬਾਈਲ ਵਿੱਚ ਉਦੋਂ ਕਰ ਲਈ ਸੀ ਜਦੋਂ ਉਸ ਦੀ ਮਾਂ ਉਸ ਦੇ ਕਮਰੇ ਵਿੱਚ ਦੁਬਾਰਾ ਦਾਖਲ ਹੋਈ ਸੀ, ਕਿਉਂਕਿ ਉਸ ਨੂੰ ਪਤਾ ਸੀ ਕਿ ਮੈਂ ਉਸ ਨਾਲ ਇਸ ਤਰ੍ਹਾਂ ਬੋਲਿਆ ਹੈ ਤਾਂ ਇਹ ਦੁਬਾਰਾ ਵੀ ਆ ਸਕਦੀ ਹੈ। ਅਤੇ ਉਸ ਰਿਕਾਰਡਿੰਗ ਵਿੱਚ ਸਾਫ਼ ਤੌਰ ਤੇ ਪਤਾ ਲੱਗ ਰਿਹਾ ਸੀ ਕਿ ਕੌਣ ਕਿਸ ਨਾਲ ਜ਼ਬਰਦਸਤੀ ਕਰ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਇੱਕ ਗਰੀਬ ਆਦਮੀ ਰਣਵੀਰ ਦੇ ਵਿਸ਼ਵਾਸ ਦਾ ਵੀ ਪਤਾ ਲੱਗ ਗਿਆ ਤੇ ਉਸ ਦੀ ਮਾਂ ਦੇ ਕਿਰਦਾਰ ਬਾਰੇ ਵੀ ਸੋਫੀ ਨੂੰ ਪਤਾ ਲੱਗ ਗਿਆ। ਹੁਣ ਉਹ ਉਸ ਦੀ ਸਾਰੀ ਜ਼ਮੀਨ ਜਾਇਦਾਦ ਛੱਡ ਕੇ ਉਹਨਾਂ ਤੋਂ ਅਲੱਗ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਆਪਣੀ ਮਿਹਨਤ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਦੋਸਤੋ, ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ।